Like the video, subscribe to the channel and press the bell icon for latest video updates. ਕਿ ਬੇਹੋਸ਼ੀ ਤੇ ਅਧਰਮ ਦੇ ਵਿੱਚ ਬੇਹੋਸ਼ਮਈ ਅਵਸਥਾ ਅਤੇ ਅਧਰਮ ਦੇ ਵਿੱਚ ਝੂਠ ਤੇ ਗਲਤ ਦਾ ਤੇ ਹੰਕਾਰ ਦਾ ਇੰਨਾ ਬੋਲਬਾਲਾ ਹੋ ਜਾਂਦਾ ਆ ਕਿ ਉਹਦੇ ਪਿੱਛੇ ਸੱਚ ਚੇਤਨਾ ਪਰਮਾਤਮਾ ਵਾਸਤਵਿਕ ਧਰਮ ਪਿੱਛੇ ਰਹਿ ਜਾਂਦਾ। ਭਗਵਾਨ ਬੁੱਧ ਜਦੋਂ ਜਾਗਰੂਕ ਹੋਏ ਨਰਿੰਜਣਾ ਨਦੀ ਦੇ ਕਿਨਾਰੇ ਦੇ ਉੱਪਰ ਸਵੇਰ ਦੇ ਭੋਰ ਦਾ ਜਦੋਂ ਉਹ ਤਾਰਾ ਨਿਕਲਿਆ ਤਾਂ ਇਨਲਾਈਟਡ ਹੋਏ। ਕਥਾ ਆ ਕਿ ਉਸ ਤੋਂ ਬਾਅਦ ਬ੍ਰਹਮਾ ਤੇ ਹੋਰ ਦੇਈਆਂ ਦੇਵਤੇ ਉਹਨਾਂ ਨੂੰ ਮਿਲਣ ਆਏ ਜੀ। ਭਗਵਾਨ ਬੁੱਧ ਨੂੰ ਆਏ ਕਹਿੰਦੇ, ਭਗਵਾਨ ਬੁੱਧ ਸੱਤ ਦਿਨ ਨਹੀਂ ਸੀ ਬੋਲੇ ਤਾਂ ਉਹ ਕਿਹਾ ਕਿ ਉਹਨਾਂ ਨੇ ਕਿ ਪ੍ਰਭੂ ਕੁਛ ਬੋਲੋ। ਭਗਵਾਨ ਬੁੱਧ ਬੋਲੇ ਕਿ ਨਹੀਂ, ਜੋ ਮੈਨੂੰ ਮਿਲਿਆ ਹੈ ਇਹਨੂੰ ਮੈਂ ਬੋਲ ਕੇ ਦੱਸ ਨਹੀਂ ਸਕਦਾ ਕਿ ਇਹੋ ਜਿਹਾ ਅਨੁਭਵ ਹੈ, ਇਹੋ ਜਿਹੀ ਅਹਿਸਾਸ ਹੈ, ਇਹ ਬੋਲ ਕੇ ਦੱਸਿਆ ਨਹੀਂ ਜਾ ਸਕਦਾ। ਉਹ ਕਹਿੰਦੇ ਨਹੀਂ ਜੀ ਤੁਸੀਂ ਫੇਰ ਹੀ ਬੋਲੋ, ਕਿਸੇ ਕੰਮ ਆ ਜਾਏਗਾ। ਉਹ ਕਹਿੰਦੇ ਜਿਹਦੇ ਕੰਮ ਆਉਣਾ ਆ ਉਹਨੇ ਮੈਨੂੰ ਵੈਸੇ ਲੱਭ ਲੈਣਾ ਆ, ਲੇਕਿਨ ਮੇਰੇ ਬੋਲਣ ਦੇ ਨਾਲ ਇਹ ਸ਼ਬਦ ਇਹ ਬਾਣੀ ਸ਼ੈਤਾਨ ਦੇ ਹੱਥ ਜ਼ਰੂਰ ਪੈ ਜਾਣੀ ਆ ਤੇ ਇਹਨੂੰ ਆਪਣੇ ਤਰੀਕੇ ਨਾਲ ਢਾਲ ਕੇ ਇਹਨਾਂ ਸ਼ਬਦਾਂ ਦਾ ਬੇੜਾ ਗਰਕ ਕਰ ਦੇਣਾ ਆ। ਦਰਸ਼ਕੋ, ਡਾਕਟਰ ਜਸਵੀਰ ਸਿੰਘ ਦੋਸਾਂਝ ਜੀ ਨਾਲ ਅਸੀਂ 2 ਪ੍ਰੋਗਰਾਮ ਪਹਿਲਾਂ ਕਰ ਚੁੱਕੇ ਹਾਂ ਜਿਹੜੇ ਤੁਸੀਂ ਭਰਪੂਰ ਪਸੰਦ ਕੀਤੇ ਹੈਗੇ ਆ। ਅੱਜ ਅਗਲਾ ਐਪੀਸੋਡ ਲੈ ਕੇ ਹਾਜ਼ਰ ਹਾਂ। ਡਾਕਟਰ ਸਾਹਿਬ, ਤੁਸੀਂ ਜੀਵਨ ਦੀ ਖੋਜ ਬਾਰੇ ਇੱਕ ਕਿਤਾਬ ਵੀ ਲਿਖੀ ਹੈਗੀ ਹੈ ਕਿ ਜੀਵਨ ਵਿੱਚੋਂ ਕੀ ਲੱਭਿਆ ਹੈਗਾ ਜਾਂ ਕੀ ਸਾਡਾ ਜੀਵਨ ਹੈਗਾ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। मेरे प्रिय आत्मन जियो, आप सबके बीच स्वयं प्रकाशमान ज्योत को मेरा प्रणाम। बचपन तो सुनते आने आ कि ये जो मनुखी जीवन है बहुत दुर्लभ जीवन है जी, और ये सवाल भी पैदा होना चाहिए कि मैंने हैं इस जीवन में, क्यों मिले है जीवन, मनुख इस धरती ते समाज विच की करना होंदा, किस मकसद वास्ते इसका जन्म होंदा। और ये बहुत मेरे ख्याल विच बहुत इंपॉर्टेंट क्वेश्चन है जेड़ा कि पीक ऑफ एवोल्यूशन भाव ये जो मनुख है, ये क्वेश्चन का आंसर जो पीक ऑफ एवोल्यूशन ਉਹਦੇ ਹਿੱਸੇ ਆਉਂਦਾ ਜੀ। ਇਸ ਮਨੁੱਖ ਨੇ ਇਹਦਾ ਜਵਾਬ ਲੱਭਣਾ ਕਿ ਮੈਨੇ ਹਨ ਇਸ ਜੀਵਨ ਦੇ ਕੀ ਅਰਥ ਹਨ। ਇਹ ਮਨੁੱਖ ਕਿੱਥੋਂ ਆਉਂਦਾ, ਕਿੱਥੇ ਚਲਾ ਜਾਂਦਾ, ਐਂਡ ਜੋ ਵਿਚਕਾਰਲਾ ਪੀਰੀਅਡ ਹੈ ਇਸ ਦੇ ਵਿੱਚ ਇਸ ਮਨੁੱਖ ਨੇ ਕਰਨਾ ਕੀ ਆ। ਸੋ ਇਹ ਆਪਣੇ ਅਗਲੇ ਐਪੀਸੋਡ 'ਚ ਆਪਾਂ ਇਸ ਚੀਜ਼ ਉੱਪਰ ਵਿਸਥਾਰ ਨਾਲ ਚੱਲਾਂਗੇ, ਕਿਉਂਕਿ ਅਧਿਆਤਮ ਨਿਕੇਤਨ ਜਲੰਧਰ ਤੋਂ ਵੱਲੋਂ ਜੋ ਆਪਾਂ ਇਹ ਐਪੀਸੋਡ ਸ਼ੁਰੂ ਕੀਤੇ ਨੇ ਜੀ, ਇਸ ਜੀਵਨ ਦੀ ਖੋਜ ਦੇ ਉੱਪਰ ਹੀ ਇਹ ਐਪੀਸੋਡਸ ਦੀ ਆਪਾਂ ਚਲਾ ਰਹੇ ਹਾਂ। ਔਰ ਹੌਲੀ ਹੌਲੀ ਇਹ ਗੁੰਡੀਆਂ ਗੁੱਥੀਆਂ ਖੋਲ੍ਹਣਗੀਆਂ। ਪ੍ਰੋਸੈਸ ਆਫ ਐਵੋਲੂਸ਼ਨ ਤੁਸੀਂ ਆਪਾਂ ਪਹਿਲੇ ਐਪੀਸੋਡ 'ਚ ਵੀ ਕੀਤਾ ਸੀਗਾ ਕਿ ਕੌਨਸ਼ੀਅਸ ਐਵੋਲੂਸ਼ਨ ਜਾਂ ਇਸ ਅਸਤਿਤਵ ਦਾ ਵਿਕਾਸ, ਸਮਾਜ ਦਾ ਵਿਕਾਸ, ਸਭ ਕੁਛ ਜੋ ਹੈ ਇਹ ਪ੍ਰੋਸੈਸ ਆਫ ਐਵੋਲੂਸ਼ਨ ਦੇ ਉੱਪਰ ਖੜਾ ਹੈ। ਆਪਾਂ ਇਸ ਖੋਜ ਨੂੰ ਉਸ ਐਵੋਲੂਸ਼ਨ ਦੀ ਪ੍ਰੋਸੈਸ ਤੋਂ ਸ਼ੁਰੂ ਕਰਦੇ ਹਾਂ ਜੀ। ਇਸ ਅਸਤਿਤਵ ਦੇ ਵਿੱਚ 3 ਚੀਜ਼ਾਂ ਨੇ, 3 ਫੇਜ਼ਸ ਨੇ ਇਸ ਲਾਈਫ ਦੇ ਜੀ। ਪਹਿਲਾ ਫੇਜ਼ ਹੈ ਪ੍ਰਕਿਰਤੀ ਦਾ, ਦੂਸਰਾ ਫੇਜ਼ ਹੈ ਸ੍ਰਿਸ਼ਟੀ ਦਾ, ਤੀਸਰਾ ਫੇਜ਼ ਹੈ ਮੁਕਤੀ ਦਾ। ਜੀ।
ਪ੍ਰਕਿਰਤੀ ਦੇ ਫੇਜ਼ ਪ੍ਰਤੀ ਆਪਾਂ ਪਿਛਲੇ ਐਪੀਸੋਡ ਦੇ ਵਿੱਚ 3 ਗੁਣਾਂ ਮਾਇਆ ਪ੍ਰਤੀ ਵੀ ਡਿਸਕਸ਼ਨ ਕੀਤੀ ਜੀ ਐਂਡ ਪ੍ਰਕਿਰਤੀ ਦੇ ਜੋ ਐਲੀਮੈਂਟਸ ਨੇ ਉਹਨਾਂ ਦੇ ਗੁਣਾਂ ਨੂੰ ਵੀ ਆਪਾਂ ਜਾਣਿਆ। ਉਹ ਪ੍ਰਕਿਰਤੀ ਦੇ ਸਾਰੇ ਗੁਣ ਅਰੂਪ ਫਾਰਮ ਦੇ ਵਿੱਚ ਇਸ ਅਸਤਿਤਵ 'ਚ ਪਏ ਰਹਿੰਦੇ ਨੇ ਜੀ ਔਰ ਕੌਨਸ਼ੀਅਸਨੈਸ ਚੇਤਨਾ ਤਾਂ ਸਭ ਜਗ੍ਹਾ ਪ੍ਰੈਜ਼ੈਂਟ ਹੈ। ਹਾਂਜੀ ਸੋ ਪ੍ਰਕਿਰਤੀ ਮੀਨਸ ਪ੍ਰੀ ਕ੍ਰੀਏਸ਼ਨ। ਕ੍ਰੀਏਸ਼ਨ ਤੋਂ ਜੋ ਪਹਿਲਾਂ ਦਾ ਫੇਜ਼ ਹੈ ਉਸ ਨੂੰ ਅਸੀਂ ਪ੍ਰਕਿਰਤੀ ਕਹਿੰਦੇ ਹਾਂ। ਆਮ ਇਹ ਸਵਾਲ ਪੁੱਟ ਕੀਤਾ ਜਾਂਦਾ ਕਿ ਵੀ ਕ੍ਰੀਏਸ਼ਨ ਦਾ ਫੇਜ਼ ਕਿੱਦਾਂ ਫਿਰ ਸ਼ੁਰੂ ਹੋਇਆ, ਜੀ ਸ੍ਰਿਸ਼ਟੀ ਦਾ ਫੇਜ਼ ਕਿਵੇਂ ਸ਼ੁਰੂ ਹੋਇਆ। ਹਾਂਜੀ ਪਰ ਸਾਹਿਬ ਇਸ ਸ੍ਰਿਸ਼ਟੀ ਦੇ ਫੇਜ਼ ਤੇ ਸ਼ੁਰੂ ਲਈ ਪਿਛਲੀ ਵਾਰੀ ਆਪਾਂ ਜ਼ਿਕਰ ਕੀਤਾ ਸੀਗਾ ਕਿ 3 ਗੁਣਮਈ ਮਾਇਆ ਜਿਸ ਨੂੰ ਅਸੀਂ ਪ੍ਰਕਿਰਤੀ ਕਹਿੰਦੇ ਹਾਂ ਉਸ ਦੇ ਤੱਤ ਅਤੇ ਇਹ ਕੌਨਸ਼ੀਅਸਨੈਸ ਜਾਂ ਪੁਰਸ਼ ਜਾਂ ਚੇਤਨਾ ਜਾਂ ਬ੍ਰਹਮ ਜਾਂ ਤਾਓ ਜਾਂ ਗੋਬਿੰਦ, ਅਸੀਂ ਉਸ ਸੱਚਿਤ ਆਨੰਦ ਨੂੰ ਕੋਈ ਵੀ ਨਾਂ ਦੇ ਲਈਏ ਹਾਂਜੀ ਜਿਹੜਾ ਕਿ ਇਟਰਨਲ ਹੈ, ਸਦੀਵੀ ਹੈ, ਸਵੰਗ ਹੈ, ਸੈਲਫ ਲੂਮੀਨਸ ਹੈ। ਜੀ ਆਪਾਂ ਉਸਦੇ 3 ਕਰੈਕਟਰ ਗਿਣੇ ਸਨ ਕਿ ਵੀ ਉਹ ਸਤ ਹੈ, ਉਹ ਚਿੱਤ ਹੈ, ਉਹ ਆਨੰਦ ਹੈ। ਇੱਕ ਉਸ ਪਰਮ ਦਾ ਇੱਕ ਹੋਰ ਬਹੁਤ ਇੰਪੋਰਟੈਂਟ ਕਰੈਕਟਰ ਹੈ, ਜੀ ਉਹ ਕਰੈਕਟਰ ਹੈ ਬ੍ਰਹਮ ਦੀ ਵਾਸਨਾ। ਬ੍ਰਹਮ ਦੀ ਵਾਸਨਾ। ਹਾਂਜੀ, ਹੂੰ ਤੁਸੀਂ ਨੋਟ ਕਰੋ ਕਿ ਆਪਣੇ ਜੀਵਨ ਦੇ ਵਿੱਚ ਆਈ ਵਿਲ ਸੇ ਹਾਈਲੀ ਇੰਪੋਰਟੈਂਟ ਜਾਂ ਐਕਸਟ੍ਰੀਮਲੀ ਇੰਪੋਰਟੈਂਟ ਜੋ ਫਿਨੋਮਨਾ ਹੈ ਸਾਡੀ ਲਾਈਫ ਦੇ ਵਿੱਚ ਹਾਂਜੀ ਉਹ ਹੈ ਲਵ, ਪਿਆਰ। ਪਿਆਰ ਪਿਆਰ ਹੀ ਆਧਾਰ ਹੈ ਹਰ ਚੀਜ਼ ਦੇ ਵਿਕਾਸ ਦਾ। ਜੀ ਜਿਸ ਮਰਜ਼ੀ ਫੇਜ਼ ਦੇ ਉੱਪਰ ਇਸ ਨੂੰ ਇੰਪਲੀਮੈਂਟ ਕਰ ਲਈਏ, ਹਾਂਜੀ ਲੇਕਿਨ ਹਰ ਐਵੋਲੂਸ਼ਨ ਦਾ ਜੋ ਆਧਾਰ ਹੈ ਉਹ ਹੈ ਪਿਆਰ। ਐਂਡ ਪਿਆਰ ਕੀ ਹੈ? ਪਿਆਰ ਹੈ ਬ੍ਰਹਮ ਦੀ ਵਾਸਨਾ। ਜੀ ਇਹ ਜੋ ਪ੍ਰੋਸੈਸ ਆਫ ਕ੍ਰੀਏਸ਼ਨ ਹੈ ਜਾਂ ਸ੍ਰਿਸ਼ਟੀ ਦਾ ਜੋ ਫੇਜ਼ ਹੈ ਇਹਦੀ ਸ਼ੁਰੂਆਤ ਬ੍ਰਹਮ ਦੀ ਵਾਸਨਾ ਦੇ ਨਾਲ ਹੀ ਹੁੰਦੀ ਹੈ। ਇਹ ਬ੍ਰਹਮ ਦੀ ਵਾਸਨਾ ਹੈ ਕਿ ਇਹ ਜੋ ਕੌਨਸ਼ੀਅਸਨੈਸ ਹੈ, ਪੁਰਸ਼ ਹੈ, ਇਹ ਪ੍ਰਕਿਰਤੀ ਦੇ ਜਿਹੜੇ ਉਹ ਐਲੀਮੈਂਟਸ ਨੇ ਉਹਨਾਂ ਦੇ ਨਾਲ ਸੰਭੋਗ ਕਰਕੇ ਇਹ ਪ੍ਰੋਸੈਸ ਆਫ ਕ੍ਰੀਏਸ਼ਨ ਸ਼ੁਰੂ। ਹੁੰਦਾ। ਹਾਂਜੀ ਉਹਦੇ ਵੱਖੋ ਵੱਖਰੇ ਫੇਜ਼ਸ ਨੇ। ਮਾਡਰਨ ਵਿਗਿਆਨ ਨੇ ਵੀ ਉਸ ਨੂੰ ਬਹੁਤ ਐਕਸਪਲੇਨ ਕੀਤਾ ਹਾਂਜੀ ਕਿ ਆਹ ਫੇਜ਼, ਆਹ ਫੇਜ਼, ਆਹ ਫੇਜ਼। ਜੀ ਉਹਨਾਂ ਫੇਜ਼ਾਂ ਵਿੱਚ ਹੀ ਅਸੀਂ ਗੁਜ਼ਰਦੇ ਪੀਕ ਆਫ ਦਾ ਐਵੋਲੂਸ਼ਨ ਤੇ ਮਨੁੱਖ ਖੜਦਾ ਆ। ਜੀ ਇੱਥੇ ਪਰ ਸਾਹਿਬ ਮੈਂ ਇੱਕ ਹੋਰ ਚੀਜ਼ ਦੱਸਣੀ ਚਾਹਾਂਗਾ ਕਿ ਪੀਕ ਆਫ ਐਵੋਲੂਸ਼ਨ ਭਾਵ ਮਨੁੱਖ ਦੇ ਫੇਜ਼ ਤੱਕ ਪਹੁੰਚਣ ਤੋਂ ਪਹਿਲਾਂ ਤਾਂ ਚਲੋ ਪ੍ਰਕਿਰਤੀ ਐਂਡ ਚੇਤਨਾ ਦਾ ਜਾਂ ਕੌਨਸ਼ੀਅਸਨੈਸ ਦਾ ਸੰਭੋਗ ਹੋ ਗਿਆ ਤੇ ਪ੍ਰੋਸੈਸ ਆਫ ਕ੍ਰੀਏਸ਼ਨ ਸ਼ੁਰੂ ਹੋ ਗਿਆ। ਜੀ ਉਹਦਾ ਇੱਕ ਬਹੁਤ ਲੰਬਾ ਸਮਾਂ ਆ ਜਿਹਨੂੰ ਅਸੀਂ ਨੌਨ ਲਿਵਿੰਗ ਜਾਂ ਪੱਥਰ ਯੁੱਗ ਵੀ ਕਹਿ ਦਿੰਦੇ ਹੈਗੇ ਆ। ਫਿਰ ਅਸੀਂ ਇਸ ਨੂੰ ਬੋਟੈਨੀਕਲ ਬਨਸਪਤੀ ਦਾ ਪੀਰੀਅਡ ਵੀ ਕਹਿ ਦਿੰਦੇ ਹਾਂ, ਫਿਰ ਇਸ ਨੂੰ ਐਨੀਮਲ ਕਿੰਗਡਮ ਵੀ ਕਹਿ ਦਿੰਦੇ ਹਾਂ। ਹਾਂਜੀ ਇਹ ਇਤਨਾ ਲੰਬਾ ਪੀਰੀਅਡ ਆ। ਇਸ ਲੰਬੇ ਪੀਰੀਅਡ ਦੇ 3 ਬਹੁਤ ਇੰਪੋਰਟੈਂਟ ਕਰੈਕਟਰ ਨੇ ਇਸ ਐਵੋਲੂਸ਼ਨਰੀ ਪ੍ਰੋਸੈਸ ਵਿੱਚ। ਜੀ ਇੱਕ ਤਾਂ ਇਹ ਐਵੋਲੂਸ਼ਨਰੀ ਪ੍ਰੋਸੈਸ ਨੈਚੁਰਲ ਹੈ, ਬਿਲਕੁਲ ਠੀਕ ਹੈ। ਦੂਸਰਾ ਇਹ ਅਨਕੌਂਸ਼ੀਅਸ ਹੈ, ਅਨਕੌਂਸ਼ੀਅਸ ਹੈ। ਠੀਕ ਹੈ ਜੀ। ਤੀਸਰਾ ਇਹ ਕੋਲੈਕਟਿਵ ਹੈ। ਜੀ ਸੋ ਇਹ ਜਿਹੜੇ 3 ਨੇ, ਇਹ 3 ਐਵੋਲੂਸ਼ਨਰੀ ਫੇਜ਼ਸ ਜਿਹੜੇ ਨੇ ਇਹ ਮਨੁੱਖ ਦੇ ਪੈਦਾ ਹੋਣ ਤੋਂ, ਮਨੁੱਖ ਦੇ ਐਵੋਲੂਸ਼ਨ ਤੋਂ ਪਹਿਲਾਂ ਦੇ ਜਿਹੜੇ ਐਵੋਲੂਸ਼ਨ ਦੇ 3 ਫੇਜ਼ ਨੇ ਉਹਨਾਂ ਦੇ ਇਹ 3 ਮੁੱਖ ਕਰੈਕਟਰ ਨੇ। ਜੀ ਤੇ ਮੈਂ ਰਿਪੀਟ ਕਰਾਂਗਾ। ਹਾਂਜੀ ਨੈਚੁਰਲ, ਅਨਕੌਂਸ਼ੀਅਸਨੈਸ ਐਂਡ ਕੋਲੈਕਟਿਵ। ਜੀ ਮਨੁੱਖ ਦੇ ਪੈਦਾ ਹੋਣ ਦੇ ਨਾਲ ਜਦੋਂ ਮਨੁੱਖ ਇਵੋਲਵ ਕਰਦਾ ਆ ਤਾਂ ਇਹ ਜੋ ਨੈਚੁਰਲ ਫੇਜ਼ ਸੀ ਚੱਲਿਆ ਆ ਗਿਆ, ਹਾਂਜੀ ਇਹ ਫਿਰ ਨੈਚੁਰਲ ਨਹੀਂ ਰਹਿੰਦਾ।
ਜਿਹੜੀ ਅਨਕੌਂਸ਼ੀਅਸਨੈਸ ਸੀ ਇਹ ਵੀ ਖਤਮ ਹੋ ਜਾਂਦੀ ਹੈ, ਜਿਹੜਾ ਕਲੈਕਟਿਵਨੈਸ ਸੀ ਇਹ ਵੀ ਖਤਮ ਹੋ ਜਾਂਦੀ ਹੈ। ਹਾਂਜੀ ਅਨਕੌਂਸ਼ੀਅਸਨੈਸ ਐਂਡ ਕਲੈਕਟਿਵਨੈਸ ਜਿਹੜੇ ਐਵੋਲੂਸ਼ਨਰੀ ਫੇਜ਼ ਸੀਗੇ, ਇਹਦੇ 'ਚ ਚੌਥਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਉਹ ਹਾਂਜੀ। ਹੈ ਸਲੇਵਰੀ। ਅੱਛਾ ਜੀ। ਮਨੁੱਖ ਦੇ ਪੈਦਾ ਹੋਣ ਤੋਂ ਪਹਿਲਾਂ ਦੇ ਜਿਹੜੇ ਇਹ 4 ਐਵੋਲੂਸ਼ਨ ਦੇ ਫੇਜ਼ਸ ਨੇ, ਉਹਨਾਂ ਚੌਥਾ ਹੈ ਸਲੇਵਰੀ। ਸੋ ਸਲੇਵਰੀ, ਕਲੈਕਟਿਵਨੈਸ, ਅਨਕੌਂਸ਼ੀਅਸਨੈਸ ਐਂਡ ਨੈਚੁਰਲ, ਇਹ ਫਨੋਮਨਾ 4 ਨੇ ਮਨੁੱਖ ਦੇ ਪੈਦਾ ਹੋਣ ਤੋਂ ਪਹਿਲਾਂ। ਜੀ ਜੀ। ਮਨੁੱਖ ਦੇ ਪੈਦਾ ਹੋਣ ਦੇ ਨਾਲ ਮਨੁੱਖ ਬਣ ਗਿਆ ਕੌਨਸ਼ੀਅਸ। ਹਾਂਜੀ ਕਲੈਕਟਿਵਨੈਸ ਦੀ ਜਗ੍ਹਾ ਮਨੁੱਖ ਬਣ ਗਿਆ ਇੰਡੀਵਿਜੂਅਲ। ਜੀ। ਸਲੇਵਰੀ ਦੀ ਜਗ੍ਹਾ ਮਨੁੱਖ ਬਣ ਗਿਆ ਲਿਬਰੇਟਡ, ਫਰੀडम। ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀਗਾ ਕਿ ਐਵੋਲੂਸ਼ਨਰੀ ਪ੍ਰੋਸੈਸ ਹੁਣ ਇਹਦੀ ਲਿਮਿਟ ਹੋ ਗਈ ਕਿ ਸਰੀਰ ਦੀ ਤੇ ਮਨੁੱਖ ਦੀ ਫਿਜ਼ੀਓਲੋਜੀ ਦੀ ਕਿਸੇ ਹੋਰ ਪਾਸੇ ਤਾਂ ਨੇ ਵਿਕਾਸ ਕਰਨਾ ਨਹੀਂਗਾ। ਜੀ ਜੀ। ਤੇ ਵਿਕਾਸ ਇੱਕ ਪਾਸੇ ਰਹਿ ਗਿਆ, ਡਾਇਰੈਕਸ਼ਨ ਉਹਦੀ ਇੱਕੋ ਰਹਿ ਗਈ, ਕੌਨਸ਼ੀਅਸ ਐਵੋਲੂਸ਼ਨ। ਕੌਨਸ਼ੀਅਸਲੀ ਮਨੁੱਖ ਇਵੋਲਵ ਕਰ ਸਕਦਾ। ਕੌਨਸ਼ੀਅਸ ਐਵੋਲੂਸ਼ਨ ਨੂੰ ਹੀ ਅਸੀਂ ਨਾਮ ਦਿੱਤਾ ਹੈ ਅਧਿਆਤਮ ਦਾ ਐਂਡ ਵਾਸਤਵਿਕ ਧਰਮ ਦਾ। ਕਿਉਂ? ਕਿਉਂਕਿ ਮਨੁੱਖੀ ਜਾਮੇ ਦੇ ਵਿੱਚ ਹੁਣ ਸਲੇਵ ਨਹੀਂ ਰਹੇਗਾ, ਕਲੈਕਟਿਵ ਮਾਨਸਿਕਤਾ ਦਾ ਮਾਲਕ ਨਹੀਂ ਰਹੇਗਾ, ਇੰਡੀਵਿਜੂਅਲ ਹੋ ਜਾਏਗਾ। ਜੀ। ਔਰ ਫਰੀडम ਤਾਂ ਹੈ ਹੀ ਹੈ। ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਬਾਰ ਸਾਹਿਬ, ਜੀ ਜੀ। ਉਹ ਇਹ ਕਿ ਜਦੋਂ ਇਹ ਅਨਕੌਂਸ਼ੀਅਸ ਫੇਜ਼ ਸੀ ਐਵੋਲੂਸ਼ਨ ਦਾ, ਹਾਂਜੀ। ਉਦੋਂ ਬੜੀ ਸਰਟੈਨਿਟੀ ਸੀ। ਸਲੇਵਰੀ ਇਜ਼ ਅ ਬਿਊਟੀਫੁਲ ਸਰਟੈਨਿਟੀ। ਜਦੋਂ ਕੋਈ ਚੀਜ਼ ਸਲੇਵਰੀ ਤੱਕ ਸੀਮਿਤ ਹੈਗੀ ਆ ਤਾਂ ਉਸ ਪ੍ਰਾਣੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ, ਮਾਲਕ ਦੀ। ਸਲੇਵ ਤਾਂ ਮਾਰਾ ਜਰਾ ਸਲੇਵ ਹੈ, ਮਾਲਕ ਉਹਨੂੰ ਜਿਸ ਪਾਸੇ ਤੋਰ ਲਵੇ ਉਹ ਸਲੇਵਰੀ ਹੈ ਉਸਦੀ। ਜੀ ਜੀ। ਪਰ ਮਨੁੱਖ ਦੇ ਪੈਦਾ ਹੋਣ ਨਾਲ ਜਦ ਸਾਡੀ ਇਹ ਕੌਨਸ਼ੀਅਸਨੈਸ ਆ ਗਈ, ਸਾਡੀ ਇੰਡੀਵਿਜੂਅਲਿਟੀ ਆ ਗਈ, ਸਾਡੀ ਸਲੇਵਰੀ ਖਤਮ ਹੋ ਗਈ, ਤਾਂ ਸਭ ਤੋਂ ਵੱਡੀ ਪ੍ਰੋਬਲਮ ਜੋ ਕ੍ਰੀਏਟ ਹੋਈ ਉਹ ਹੈ ਦਾ ਡਿਵੈਲਪਮੈਂਟ ਆਫ ਅਨਸਰਟਨਿਟੀ। ਜੀ। ਨੈਚੁਰਲ ਹੈ, ਸਾਨੂੰ ਕੋਈ ਸਲੇਵ ਬਣਾ ਕੇ ਬੰਨ ਕੇ ਜਿੱਧਰ ਮਰਜ਼ੀ ਲੈ ਜਾਵੇ, ਜ਼ਿੰਮੇਵਾਰੀ ਉਸ ਮਾਲਕ ਦੀ ਆ। ਹੁਣ ਜਿਹੜੀ ਹੈਗੀ ਜ਼ਿੰਮੇਵਾਰੀ ਮਨੁੱਖ ਦੀ ਆ। ਜਿਹੜੀ ਅਨਸਰਟਨਿਟੀ ਹੈ, ਅਨਕੌਂਸ਼ੀਅਸਨੈਸ ਐਂਡ ਅਨਸਰਟਨਿਟੀ ਐਂਡ ਸਲੇਵਰੀ, ਇਹ ਜਿਹੜੇ ਪਿਛਲੇ ਐਵੋਲੂਸ਼ਨਰੀ ਪ੍ਰੋਸੈਸ ਦੇ ਚੱਲੇ ਆ ਰਹੇ ਕਰੈਕਟਰ ਨੇ, ਉਹ ਮਨੁੱਖ ਨੂੰ ਹੇਠਾਂ ਨੂੰ ਖਿੱਚ ਰਹੇ ਨੇ ਕਿ ਤੈਨੂੰ ਮੈਂ ਇੰਡੀਵਿਜੂਅਲ ਨਹੀਂ ਹੋਣ ਦੇਣਾ, ਤੈਨੂੰ ਮੈਂ ਆਜ਼ਾਦ ਨਹੀਂ ਹੋਣ ਦੇਣਾ, ਤੇਰੀ ਮੈਂ ਸਲੇਵਰੀ ਨਹੀਂ ਖਤਮ ਹੋਣ ਦੇਣੀ। ਹਾਂਜੀ। ਤੇ ਐਵੋਲੂਸ਼ਨਰੀ ਪ੍ਰੋਸੈਸ ਆਲਮਾਈਟੀ ਆਦਿ ਸ਼ਕਤੀ ਦਾ ਜੋ ਵਿਕਾਸ ਦਾ ਦੌਰ ਹੈ, ਕੌਨਸ਼ੀਅਸ ਐਵੋਲੂਸ਼ਨ, ਉਹ ਕਹਿੰਦਾ ਬਈ ਮੈਂ ਤੈਨੂੰ ਮਨੁੱਖ ਬਣਾਇਆ ਹੀ ਆਜ਼ਾਦ ਹੈ, ਹੁਣ ਅੱਗੇ ਚੱਲ ਇੰਡੀਵਿਜੂਅਲ ਹੈ, ਇਹ ਬੇਹੋਸ਼ੀ ਛੱਡ, ਇਹ ਸਲੇਵਰੀ ਛੱਡ। ਇਹ ਜਿਹੜੀ ਲੜਾਈ ਹੈ ਪਿਛਲੇ ਫੇਜ਼ਸ ਦੀ ਤੇ ਐਸ ਕੌਨਸ਼ੀਅਸ ਫੇਜ਼ ਦੀ, ਇਹ ਹੀ ਮਨੁੱਖ ਦੇ ਦੁੱਖ ਦਾ ਕਾਰਨ ਹੈ। ਮਨੁੱਖ ਦੇ ਸਾਰੇ ਸੰਕਟ ਇਹਦੇ ਵਿੱਚ ਪਏ ਹੋਏ। ਸੋ ਇਸ ਲਈ ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਕਿ ਮਨੁੱਖ ਕੋਈ ਸਧਾਰਨ ਚੀਜ਼ ਨਹੀਂ। ਮਨੁੱਖੀ ਜਾਮਾ ਇੱਕ ਉਹ ਜਾਮਾ ਹੈ ਜਿਹਨੂੰ ਪ੍ਰਾਪਤ ਕਰਨ ਵਾਸਤੇ ਦੇਵੀਆਂ ਦੇਵਤੇ ਵੀ ਤੜਫਦੇ ਨੇ ਕਿ ਕਿਸੇ ਤਰੀਕੇ ਨਾਲ ਅਸੀਂ ਮੁਕਤ ਹੋ ਜਾਈਏ, ਤੀਸਰੇ ਫੇਜ਼ ਵਿੱਚ ਪ੍ਰਵੇਸ਼ ਕਰ ਜਾਈਏ। ਤੀਸਰਾ ਫੇਜ਼ ਹੈ ਮੁਕਤੀ ਦਾ। ਹਾਂਜੀ, ਮੁਕਤੀ ਨੂੰ ਮਾਡਰਨ ਕੰਟੈਕਸਟ ਵਿੱਚ ਤੁਸੀਂ ਦੱਸੋ ਤਾਂ ਕਿ ਇਹਦੇ ਬੜੇ ਲੋਕਾਂ 'ਚ ਗਲਤ ਫਹਿਮੀਆਂ ਹੈਗੀਆਂ, ਤੁਸੀਂ ਕੀ ਐਕਸਪਲੇਨ ਕਰਨਾ ਚਾਹੁੰਦੇ ਹੋ? ਜੋ ਮੇਰੀ ਪੁਸਤਕ ਹੈ ਜੀਵਨ ਦੀ ਖੋਜ, ਜੀ, ਆਪਾਂ ਉਹਨੂੰ ਜਨਰਲ ਜੀਵਨ ਖੋਜ ਵਿੱਚ ਲੈ ਲਈਏ। ਜੀ। ਸਾਡੇ ਇਸ ਮਾਡਰਨ ਸਾਇੰਸ ਐਂਡ ਟੈਕਨੋਲੋਜੀ ਨੇ, ਮਾਡਰਨ ਕੈਪੀਟਲਿਸਟ ਈਰਾ ਨੇ, ਇਹ 'ਚ ਨਵੀਂ ਆਈ ਸਾਈਕੋਲੋਜੀ, ਨਵੀਂ ਆਈ ਫਿਲਾਸਫੀ, ਪਾਰਟੀਕੂਲਰਲੀ ਮਾਰਕਸਿਜ਼ਮ ਨੇ ਹਾਂਜੀ ਇੱਕ ਮੁਕਤੀ, ਇੱਕ ਲਿਬਰੇਸ਼ਨ ਦਾ ਲਫ਼ਜ਼ ਦੇ ਦਿੱਤਾ, ਪੋਲੀਟੀਕਲ ਐਂਡ ਇਕਨੋਮਿਕ ਮੁਕਤੀ। ਠੀਕ। ਸਾਡਾ ਅੱਜ ਦਾ ਸਮਾਜ ਪੋਲੀਟੀਕਲ ਐਂਡ ਇਕਨੋਮਿਕ ਐਂਡ ਇਸ ਮੁਕਤੀ ਤੋਂ ਪਰੇ ਉਹ ਕੁਛ ਜਾਣਦਾ ਹੀ ਨਹੀਂ। ਜੀ।
ਸੁਣਨਾ ਵੀ ਨਹੀਂ ਚਾਹੁੰਦਾ ਹੂੰ ਐਂਡ ਇਸ ਨੂੰ ਕੰਸੀਡਰ ਵੀ ਨਹੀਂ ਕਰਨਾ ਚਾਹੁੰਦਾ। ਹਾਂਜੀ ਲੇਕਿਨ ਇਹ ਮੁਕਤੀ ਜਿਹਦਾ ਅਸੀਂ ਸਾਡੇ ਪੋਲੀਟੀਕਲ ਸਟਰਗਲਸ ਜਾਂ ਇਕਨੋਮਿਕ ਸਟਰਗਲਸ ਸਮਾਜ ਦੇ ਵਿੱਚ ਆਪਣਾ ਇਹਨਾਂ ਨੇ ਦਰਸ਼ਨ ਕੀਤਾ ਹੋਇਆ, ਇਹ ਬਿਲਕੁਲ ਬਾਹਰ ਨੁਕਤਾ ਤੱਕ ਸੀਮਤ ਸਲੋਗਨਸ ਨੇ। ਹਾਂਜੀ ਅਸਲੀ ਮਨੁੱਖ ਦੀ ਜਿਹੜੀ ਮੁਕਤੀ ਹੈ ਉਹ ਸਿਰਫ ਜੋ ਮੈਂ ਪਹਿਲਾਂ ਲਫ਼ਜ਼ ਵਰਤੇ ਨੇ, ਉਹਦੀ ਮੁਕਤੀ ਹੈ ਫਰੋਮ ਦਾ ਅਨਕੰਸ਼ੀਅਸਨੈਸ, ਹੂੰ ਫਰੋਮ ਦੈਟ ਕਲੈਕਟਿਵ ਸਲੇਵਰੀ। ਹਾਂਜੀ ਐਂਡ ਕੋਈ ਸ਼ੱਕ ਨਹੀਂ ਕਿ ਸਰਟੈਨਿਟੀ ਵਿੱਚ ਹੈ। ਹੂੰ ਹੁਣ ਅਨਿਸ਼ਚਿਤਤਾ ਅਨਸਰਟੈਨਿਟੀ ਦਾ ਹੀ ਦੁੱਖ ਸਾਰਾ ਅਨਸਰਟੈਨਿਟੀ ਦਾ। ਹੂੰ ਇਹ ਇੱਕ ਇਹੋ ਜਿਹਾ ਖਤਰਨਾਕ ਫੇਜ਼ ਹੈ ਕਿ ਨਹੀਂ ਮਨੁੱਖ ਆਪਣੀ ਬੇਹੋਸ਼ੀ ਛੱਡਣੀ ਚਾਹੁੰਦਾ, ਹੂੰ ਨਹੀਂ ਆਪਣੀ ਸਲੇਵਰੀ ਛੱਡਣੀ ਚਾਹੁੰਦਾ, ਹੂੰ ਨਹੀਂ ਮਨੁੱਖ ਹੋਸ਼ਮੰਦ ਹੋਣਾ ਚਾਹੁੰਦਾ, ਹੂੰ ਨਹੀਂ ਮਨੁੱਖ ਇਕੱਲਾ ਹੋਣਾ ਚਾਹੁੰਦਾ, ਹੂੰ ਇੰਡੀਵਿਜੂਅਲ ਹੋਣਾ ਚਾਹੁੰਦਾ। ਹੂੰ ਇਹ ਜੋ ਪਿਛਲੀਆਂ ਐਵੋਲੂਸ਼ਨਰੀ ਪ੍ਰੋਸੈਸ ਦੀਆਂ ਆਪਾਂ 4-5 ਚੀਜ਼ਾਂ ਲਈਆਂ ਹੈਗੀਆਂ, ਹੂੰ ਇਹਨਾਂ ਤੋਂ ਛੁਟਕਾਰਾ ਹੀ ਅਸਤਿਤਵ ਮਾਂ ਨੇ, ਆਲਮਾਈਟੀ ਐਗਜ਼ਿਸਟੈਂਸ ਨੇ ਉਹਨੇ ਦਿੱਤਾ ਹੋਇਆ। ਉਹਨੇ ਮਨੁੱਖ ਦਾ ਜਨਮ ਹੀ ਉਹਨੂੰ ਇੰਡੀਵਿਜੂਅਲ ਬਣਾ ਕੇ ਭੇਜਿਆ, ਉਹਨੂੰ ਕੌਨਸ਼ੀਅਸ ਬਣਾ ਕੇ ਭੇਜਿਆ, ਉਹਨੂੰ ਲਿਬਰੇਟਡ ਬਣਾ ਕੇ ਭੇਜਿਆ। ਹਾਂਜੀ ਸਿਰਫ ਇੱਕ ਨੁਕਸ ਪਾਤਾ ਕਿ ਤੂੰ ਹੁਣ ਅਨਸਰਟਨ ਆ, ਤੂੰ ਯਾਦ ਆ, ਹੂੰ ਜਾਂ ਹੇਠਾਂ ਡਿੱਗ ਪਾ ਜਾਂ ਉੱਪਰ ਉੱਠ ਜਾ। ਸੋ ਇਹ ਜਿਹੜੀ ਮੁਕਤੀ ਹੈ, ਜਿਹੜੇ ਸਾਡੇ ਜ਼ੰਜੀਰਾਂ ਨੇ, ਸਲੇਵਰੀ ਦੀਆਂ ਜ਼ੰਜੀਰਾਂ ਨੇ, ਉਹ ਐਡੀਆਂ ਖਤਰਨਾਕ ਨੇ। ਹਾਂਜੀ ਹੂੰ ਤੇ ਮਨੁੱਖ ਨੇ ਕੀ ਕੀਤਾ, ਜੇ ਕਿਤੇ ਇੱਕ ਤਰੀਕੇ ਦੇ ਨਾਲ ਲੋਹੇ ਦੀਆਂ ਜ਼ੰਜੀਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਤੇ ਅੱਗੇ ਜਾ ਕੇ ਸੋਨੇ ਦੀਆਂ ਜ਼ੰਜੀਰਾਂ ਦੇ ਵਿੱਚ ਜਕੜਿਆ ਗਿਆ। ਇਹ ਮਨੁੱਖ ਦਾ ਜੋ ਵੀ ਵਰਤਾਰਾ ਹੈ ਇਸ ਵਕਤ, ਜੋ ਮਾਡਰਨ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਇੱਕ ਚੀਜ਼ ਉੱਪਰ ਕੇ ਸਾਹਮਣੇ ਆਈ ਹੈਗੀ ਆ, ਹੂੰ ਉਹ 'ਚ ਕੀ ਉੱਪਰ ਕੇ ਸਾਹਮਣੇ ਆਇਆ? ਹੂੰ ਮੈਂ ਤੇ ਮੇਰਾ, ਹੂੰ ਈਗੋ ਸੈਟਿਸਫੈਕਸ਼ਨ, ਹੂੰ ਮਟੀਰੀਅਲ ਪ੍ਰੋਸਪੈਰਿਟੀ, ਹੋਰ ਤੋਂ ਹੋਰ ਦੀ ਦੌੜ। ਇਹ ਕਿਆ ਹੈ? ਜੇ ਸਾਨੂੰ ਕਿਸੇ ਵਕਤ ਸੋਨੇ ਦੀਆਂ ਲੋਹੇ ਦੀਆਂ ਜ਼ੰਜੀਰਾਂ ਸੀਗੀਆਂ ਤੇ ਹੁਣ ਇਹ ਸੋਨੇ ਦੀਆਂ ਜ਼ੰਜੀਰਾਂ ਪਾ ਲਈਆਂ, ਜਕੜੇ ਉਹ ਹੈਗੇ ਆ ਜਿਹੜੇ। ਜਕੜੇ ਹੈਗੀ ਇਸ ਦੇ ਵਿੱਚ ਹੀ। ਸੋ ਜਦੋਂ ਅਸੀਂ ਵਾਸਤਵਿਕ ਧਰਮ ਦੀ, ਅਥੈਂਟਿਕ ਪਾਥ ਦੀ ਗੱਲਬਾਤ ਕਰਾਂਗੇ ਹੂੰ ਤਾਂ ਇਹਨਾਂ ਚੀਜ਼ਾਂ ਦਾ ਬਾਰੇ ਸਾਨੂੰ ਅੰਡਰਸਟੈਂਡ ਕਰਨਾ ਪਵੇਗਾ, ਹੂੰ ਕਿਉਂਕਿ ਇਹੀ ਚੀਜ਼ਾਂ ਹਨ ਜੀਵਨ ਦੇ ਉਸ ਖੋਜ ਦੀ, ਜਿਸ ਖੋਜ ਦੇ ਨਾਲ ਅਸੀਂ ਉਸ ਸੱਚਿਤ ਆਨੰਦ ਨੂੰ ਪ੍ਰਾਪਤ ਕਰਨਾ ਹੈ। ਬਲਕਿ ਅਸੀਂ ਉਹ ਹਾਂ ਹੀ ਹੂੰ ਖੋਜ ਤਾਂ ਕਿਸੇ ਚੀਜ਼ ਦੀ ਤਦ ਕਰਨੀ ਪਵੇ ਨਾ ਜੇ ਕਿਤੇ ਗਵਾਚੀ ਹੋਵੇ। ਹਾਂਜੀ ਉਹ ਸੱਚ ਦਾ ਆਨੰਦ, ਉਹ ਚੇਤਨਾ, ਉਹ ਕੌਨਸ਼ੀਅਸਨੈਸ ਕੋਈ ਗਵਾਚੀ ਥੋੜੀ ਹੈਗੀ ਆ। ਹੂੰ ਉਹਦੇ ਬਗੈਰ ਤਾਂ ਅਸੀਂ ਇੱਕ ਕਦਮ ਨਹੀਂ ਪੁੱਟ ਸਕਦੇ, ਉਹਦੇ ਬਗੈਰ ਤਾਂ ਕੋਈ ਚੀਜ਼ ਚੱਲ ਹੀ ਨਹੀਂ ਸਕਦੀ। ਹੂੰ ਸਿਰਫ ਉਸ ਨੂੰ ਭੁਲਾ ਦਿੱਤਾ ਗਿਆ। ਹੁਣ ਇਹ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ ਕਿ ਵੀ ਜਦ ਪਰਮਾਤਮਾ ਨੇ ਮਨੁੱਖ ਨੂੰ ਆਜ਼ਾਦ ਬਣਾ ਕੇ ਭੇਜਿਆ, ਕੌਨਸ਼ੀਅਸ ਬਣਾ ਕੇ ਭੇਜਿਆ, ਇੰਡੀਵਿਜੂਅਲ ਬਣਾ ਕੇ ਭੇਜਿਆ, ਲਿਬਰੇਟਡ ਬਣਾ ਕੇ ਭੇਜਿਆ, ਤਾਂ ਫਿਰ ਇੰਨੀ ਪੀੜਾ ਕਿਉਂ ਝੇਲ ਰਿਹਾ? ਜੀ ਇੰਨੀ ਪੀੜਾ ਉਹਦਾ ਝੇਲਣ ਦਾ ਉਹ ਜਿਹੜਾ ਮੁੱਖ ਕਾਰਨ ਹੈ, ਜੇ ਆਪਾਂ ਪਿਛਲੇ 2 ਐਪੀਸੋਡ ਡਿਸਕਸ ਕੀਤਾ, ਉਹ ਹੈ ਜਿਹੜਾ ਅਨਕੌਨਸ਼ੀਅਸਨੈਸ ਹੈ ਪਿਛਲੀਆਂ ਫੇਜ਼ਸ ਦੀ। ਹੂੰ ਉਹ ਉਹਦਾ ਖਹਿੜਾ ਨਹੀਂ ਛੱਡ ਰਹੀ। ਹੂੰ ਅਨਕੌਨਸ਼ੀਅਸਨੈਸ ਹੀ ਹੈ ਮਨੁੱਖ ਦੀ ਜਿਹੜੀ ਉਹਨੂੰ ਕਦੇ ਵੀ ਆਜ਼ਾਦ ਨਹੀਂ ਹੋਣ ਦਿੰਦੀ, ਕਦੇ ਇੰਡੀਵਿਜੂਅਲ ਨਹੀਂ ਹੋਣ ਦਿੰਦੀ, ਕਦੇ ਸੱਚ ਦੇ ਮਾਰਗ 'ਤੇ ਨਹੀਂ ਚੱਲਣ ਦਿੰਦੀ। ਹਮੇਸ਼ਾ ਉਸ ਨੂੰ ਇੱਕ ਡਰ ਰਹਿੰਦਾ ਹੈਗਾ ਕਿ ਮੇਰੇ ਪਾਸ ਜੋ ਕੁਛ ਹੈ ਇਹ ਕਿਤੇ ਖੁੱਸ ਨਾ ਜਾਵੇ। ਲਓ ਮੈਂ ਤੁਹਾਨੂੰ ਮੇਰੇ ਮਨ 'ਚ ਬੈਠੇ ਬੈਠੇ ਖਿਆਲ ਆ ਗਿਆ, ਜੀ ਮੈਂ ਜ਼ਮੀਨ ਦੀ ਇੱਕ ਵਾਰ ਨਿਸ਼ਾਨਦੇਹੀ ਕਰਾਉਣ ਲੱਗ ਪਿਆ ਹਾਂਜੀ ਤੇ ਗੁਆਂਢੀ ਮੇਰਾ ਕਹੇ ਜੀ ਇੱਥੇ ਬੰਨਾ, ਇੱਥੇ ਬੰਨਾ, ਇੱਥੇ ਬੰਨਾ, ਉੱਥੇ ਬੰਨਾ। ਹੂੰ ਤੇ ਮੈਂ ਉੱਥੇ ਜ਼ਮੀਨ ਤੇ ਖੜਾ ਸਾਰਾ ਸਟਾਫ ਖੜਾ ਸੀਗਾ ਹੂੰ ਤੇ ਮੈਂ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਲੋਕੀ ਕਹਿੰਦੇ ਤੁਸੀਂ ਹੱਸੇ ਕਿਉਂ? ਹੂੰ ਮੈਂ ਹੱਸਿਆ ਇਸ ਕਰਕੇ ਆ ਜਿਹੜੀ ਜ਼ਮੀਨ ਆ ਹੂੰ ਇਹ ਹੱਸ ਰਹੀ ਆ। ਇਹ ਕਹਿੰਦੀ ਆ ਇਹ ਮਨੁੱਖ ਹੂੰ ਮੈਂ ਉਦੋਂ ਵੀ ਸੀ ਜਦੋਂ ਤੂੰ ਇੱਥੇ ਨਹੀਂ ਸੀ, ਕੀ ਬਾਤ ਹੈ। ਮੈਂ ਉਦੋਂ ਵੀ ਸੀ ਜਦੋਂ ਤੇਰੇ ਬਾਪ ਦਾਦਾ ਪੜਦਾਦਾ ਕਿਤੇ ਹੋਰ ਸੀਗੇ, ਪਾਕਿਸਤਾਨ ਜ਼ਮੀਨਾਂ ਆਬਾਦ ਕਰ ਰਹੇ ਸੀਗੇ, ਮੈਂ ਉਦੋਂ ਵੀ ਇੱਥੇ ਸੀ। ਹੂੰ ਕੱਲ ਨੂੰ ਤੂੰ ਇੱਥੇ ਹੋਣਾ ਨਹੀਂਗਾ, ਮੈਂ ਫਿਰ ਵੀ ਇੱਥੇ ਰਹਿਣਾ। ਹਾਂ ਕੀ ਬਾਤ ਹੈ। ਹਾਸਾ ਮੈਨੂੰ ਇਸ ਚੀਜ਼ ਦਾ ਅੱਜ ਵੀ ਆ ਰਿਹਾ। ਹੂੰ ਜਿਸ ਜ਼ਮੀਨ ਦਾ ਛੁੱਟਣ ਦਾ ਡਰ ਦਿਖਾ ਕੇ
ਹਿੰਦੁਸਤਾਨ ਦੇ ਵਿੱਚ ਐਡਾ ਵੱਡਾ ਅਡੰਬਰ ਰਚਿਆ ਗਿਆ, ਜੀ ਉਹ ਕਿਸੇ ਧਾਰਮਿਕ ਵਿਅਕਤੀ ਦਾ ਹੋ ਸਕਦਾ? ਹਾਂਜੀ ਜਿਸ ਜ਼ਮੀਨ ਦਾ ਡਰ ਦਿਖਾਇਆ ਜਾ ਰਿਹਾ, ਇੱਕ ਝੂਠਾ ਪ੍ਰਚਾਰ ਕਰਕੇ ਕਿ ਤੁਹਾਡੀਆਂ ਜ਼ਮੀਨਾਂ ਖੁੱਸ ਜਾਣੀਆਂ ਨਵੀਂ ਫਾਰਮਰ ਨੀਤੀ ਦੇ ਤਹਿਤ, ਇੱਕੋ ਡਰ ਦੇ ਉੱਪਰ ਸਾਰੀ ਮੂਵਮੈਂਟ ਚੱਲਦੀ ਪਈ ਆ। ਪਹਿਲਾਂ ਤਾਂ ਮੈਂ ਉਹਨਾਂ ਲੋਕਾਂ 'ਤੇ ਹੈਰਾਨ ਹੈਗਾ ਹਾਂ ਕਿ ਉਹ ਧਾਰਮਿਕ ਨੇ। ਦੂਜੀ ਗੱਲਬਾਤ, ਉਹ ਲੋਕ ਕਹਿੰਦੇ ਨੇ ਕਿ ਜ਼ਮੀਨ ਸਾਡੀ ਮਾਂ ਹੈ। 75% ਭਾਰਤ ਸਾਹਿਬ ਇਸ ਮਾਂ ਨੂੰ ਮੌਰਟਗੇਜ ਕੀਤਾ ਹੋਇਆ ਬੈਂਕਾਂ ਜੱਟਾਂ ਨੇ। ਦੂਜੀ ਗੱਲਬਾਤ, ਜੀ ਅੱਜ ਪਤਾ ਚੱਲ ਜਾਵੇ ਕਿ ਜ਼ਮੀਨ ਦੇ ਨੇੜੇ ਦੀ ਬਾਈਪਾਸ ਨਿਕਲ ਰਿਹਾ ਤੇ ਮੈਨੂੰ 1.5 ਕਰੋੜ ਦਾ 1 ਏਕੜ ਦਾ ਮਿਲ ਰਿਹਾ, ਇਹੀ ਮਾਂ ਅਸੀਂ 1.5 ਕਰੋੜ ਤੇ ਫਟਾਫਟ ਦੇਣ ਨੂੰ ਤਿਆਰ ਹੋ ਜਾਵਾਂਗੇ। ਇਸ ਲਈ ਇਹ ਜਿਹੜਾ ਇੱਕ ਫਾਲਸ ਪ੍ਰੋਪੇਗੈਂਡਾ ਹੈ ਕਿ ਜ਼ਮੀਨ ਸਾਡੀ ਮਾਂ ਹੈ, ਜ਼ਮੀਨ ਸਾਡੀ ਮਾਂ ਹੈ, ਮਾਂ ਮੂੰਹ ਕੋਈ ਨਹੀਂ, ਪੈਸਾ ਹੀ ਸਾਡੀ ਮਾਂ ਪਿਤਾ ਹੈ। ਤੁਹਾਨੂੰ ਚੰਗੀ ਕੀਮਤ ਮਿਲ ਜਾਵੇ, ਅਸੀਂ ਜ਼ਮੀਨ ਫੜ ਵੇਚਣ ਨੂੰ ਤਿਆਰ, ਮਾਂ ਨੂੰ ਛੱਡਣ ਲਈ ਤਿਆਰ, ਮਾਂ ਨੂੰ ਛੱਡਣ ਨੂੰ ਤਿਆਰ ਹੈਗਾ। ਇਹ ਮੈਂ ਗੱਲ ਇਸ ਕਰਕੇ ਕੀਤੀ ਕਿ ਬੇਹੋਸ਼ੀ ਤੇ ਅਧਰਮ ਦੇ ਵਿੱਚ, ਬੇਹੋਸ਼ਮਈ ਅਵਸਥਾ ਅਤੇ ਅਧਰਮ ਦੇ ਵਿੱਚ ਝੂਠ ਤੇ ਗਲਤ ਦਾ ਤੇ ਹੰਕਾਰ ਦਾ ਇੰਨਾ ਬੋਲਬਾਲਾ ਹੋ ਜਾਂਦਾ ਆ ਕਿ ਉਹਦੇ ਪਿੱਛੇ ਸੱਚ, ਚੇਤਨਾ, ਪਰਮਾਤਮਾ, ਵਾਸਤਵਿਕ ਧਰਮ ਪਿੱਛੇ ਰਹਿ ਜਾਂਦਾ। ਇਹਨੂੰ ਆਪਾਂ ਜੋ ਗੱਲਬਾਤ ਕਰ ਰਹੇ ਹੈਗੇ ਆ, ਸਾਡੀ ਹਰ ਚੀਜ਼ ਦਾ, ਜੇ ਅਸੀਂ ਐਵੋਲੂਸ਼ਨ ਦੀ ਗੱਲਬਾਤ ਲਈ ਹੈ, ਐਵੋਲੂਸ਼ਨ ਕੀ ਹੈ? ਸਮਾਜ। ਹੁਣ ਐਵੋਲੂਸ਼ਨ 'ਚ ਆਪਾਂ ਪ੍ਰਵੇਸ਼ ਕਰਾਂਗੇ ਕਿਉਂਕਿ ਸ੍ਰਿਸ਼ਟੀ ਦੇ ਫੇਜ਼ ਦੇ ਵਿੱਚ ਸਾਰੀਆਂ ਚੀਜ਼ਾਂ ਆਉਣੀਆਂ। ਸ੍ਰਿਸ਼ਟੀ ਵਿੱਚੋਂ ਆਪਾਂ ਮੁਕਤੀ ਕਿੱਦਾਂ ਲੈਣੀ, ਉਹ ਵੀ ਆਪਾਂ ਡਿਸਕਸ ਕਰਾਂਗੇ। ਪਰ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ, ਇੱਕ ਧਰਮ ਤੇ ਅਧਰਮ ਦਾ ਡਿਫਰੈਂਸ, ਦੂਸਰਾ ਬੇਹੋਸ਼ੀ ਤੇ ਹੋਸ਼ ਦਾ ਡਿਫਰੈਂਸ, ਸੱਚ ਤੇ ਝੂਠ ਦਾ ਡਿਫਰੈਂਸ, ਗਲਤ ਤੇ ਸਹੀ ਦਾ ਡਿਫਰੈਂਸ, ਹੰਕਾਰ ਤੇ ਨਿਮਰਤਾ ਦਾ ਡਿਫਰੈਂਸ, ਨਫ਼ਰਤ ਤੇ ਕੰਪੈਸ਼ਨ ਦਾ ਡਿਫਰੈਂਸ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਬਰਾਬਰ ਤੇ ਰੱਖ ਕੇ ਕਿਤੇ ਵਿਚਾਰੀਏ ਤਾਂ ਸਹੀ, ਕਿ ਸੋਚੀਏ ਤਾਂ ਸਹੀ। ਮਨੁੱਖ ਕਦੇ ਬੈਠ ਕੇ ਸੈਲਫ ਇੰਟਰੋਸਪੈਕਸ਼ਨ ਤਾਂ ਕਰੇ ਕਿ ਮੈਂ ਜੋ ਕਰ ਰਿਹਾ ਉਹ ਕਿੰਨਾ ਗਲਤ ਆ, ਉਹ ਕਿੰਨਾ ਝੂਠ ਆ, ਕਿੰਨਾ ਸਹੀ ਆ, ਕਿੰਨਾ ਹੰਕਾਰਮਈ ਆ। ਨਹੀਂ, ਅਸੀਂ ਬੇਹੋਸ਼ ਹੁੰਦੇ ਹਾਂ, ਅਸੀਂ ਅਧਾਰਮਿਕ ਕਹਿੰਦੇ ਹਾਂ ਕਿ ਇਹਨਾਂ ਗੱਲਾਂ ਦੇ ਵੱਲ ਅਸੀਂ ਆਉਂਦੇ ਹੀ ਨਹੀਂ। ਬਹੁਤ ਸਾਰੀ ਜਨਤਾ, ਆਪਾਂ ਆਪਣਾ ਤੀਸਰਾ ਐਪੀਸੋਡ ਹੈ, ਬਹੁਤ ਸਾਰੀ ਜਨਤਾ ਇਹਨੂੰ ਸੁਣ ਕੇ ਕਈ ਵੀ ਗੁੱਸੇ 'ਚ ਆਵੇਗੀ ਕਿ ਕੀ ਪ੍ਰਚਾਰ ਕਰ ਰਹੇ ਨੇ ਇਹ। ਬਟ ਇਹ ਜੀਵਨ ਦਾ ਆਧਾਰ ਹੈ। ਸਾਨੂੰ ਜਦ ਜੀਵਨ ਦਾ ਆਧਾਰ ਹੀ ਨਹੀਂ ਪਤਾ, ਝੂਠ ਐਂਡ ਗਲਤ ਐਂਡ ਹੰਕਾਰ ਪੂਰਤੀ ਵਿੱਚ ਹੀ ਲੱਗੇ ਰਹਾਂਗੇ, ਤਾਂ ਬਈ ਜੋ ਭਗਵਾਨ ਬੁੱਧ ਕਹਿੰਦੇ ਨੇ ਕਿ ਇਹ ਜੀਵਨ ਦੁੱਖ ਹੈ, ਇਹ ਸੰਸਾਰ ਦੁੱਖ ਹੈ, ਤਾਂ ਦੁੱਖ ਤਾਂ ਫਿਰ ਅਸੀਂ ਭੋਗ ਹੀ ਰਹੇ ਹਾਂ। ਥੋੜੀ ਮੁਕਤੀ ਹੈ। ਤਾਂ ਹੁਣ ਮੈਨੂੰ ਮੁਕਤੀ, ਤੁਸੀਂ ਹਰ ਕੋਈ ਮੁਕਤੀ ਪਾਉਣ ਦੀ ਕੋਸ਼ਿਸ਼ ਕਰਦਾ, ਬੜੇ ਪਾਸੇ ਪ੍ਰਚਾਰ ਵੀ ਹੋ ਰਿਹਾ। ਹਾਂਜੀ, ਸਾਡਾ ਸੈਕਟ ਜੁਆਇਨ ਕਰੋ, ਮੁਕਤ ਕਰ ਦਿਆਂਗੇ, ਮੁਕਤ ਕਰ ਦਿਆਂਗੇ, ਜੇ ਕਰਦਾ ਉਹ ਕਰ ਦਿਆਂਗੇ। ਤੁਸੀਂ ਬਰੀਫਲੀ ਸਾਇੰਟੀਫਿਕ ਬੇਸਿਸ ਨਾਲ ਕੀ ਕਹਿਣਾ ਚਾਹੁੰਦੇ, ਕਿਵੇਂ ਮੁਕਤੀ ਪ੍ਰਾਪਤ ਕਰੇ ਇਨਸਾਨ? ਜਾਗਰਣ। ਕਿਉਂਕਿ ਮਨੁੱਖ ਦਾ ਕਰੈਕਟਰ, ਬੇਸਿਕ ਕਰੈਕਟਰ ਹੀ ਉਹਦਾ ਕੌਨਸ਼ੀਅਸਨੈਸ ਹੈ, ਇੰਡੀਵਿਜੂਅਲਿਟੀ ਐਂਡ ਕੌਨਸ਼ੀਅਸਨੈਸ। ਨਾ ਤਾਂ ਉਹ ਆਪਣੀ ਇੰਡੀਵਿਜੂਅਲਿਟੀ ਜਾਣਨੀ ਚਾਹੁੰਦਾ ਆ, ਨਾ ਉਹ ਜਾਗਰੂਕ ਹੋਣਾ ਚਾਹੁੰਦਾ ਆ। ਭਗਵਾਨ ਬੁੱਧ ਜਦੋਂ ਜਾਗਰੂਕ ਹੋਏ, ਨਰਿੰਜਣਾ ਨਦੀ ਦੇ ਕਿਨਾਰੇ ਦੇ ਉੱਪਰ ਸਵੇਰ ਦੇ ਭੋਰ ਦਾ ਜਦੋਂ ਉਹ ਤਾਰਾ ਨਿਕਲਿਆ ਤਾਂ ਇਨਲਾਈਟਨਡ ਹੋਏ। ਕਥਾ ਆ ਕਿ ਉਸ ਤੋਂ ਬਾਅਦ ਬ੍ਰਹਮਾ ਤੇ ਹੋਰ ਦੇਵੀਆਂ ਦੇਵਤੇ ਉਹਨਾਂ ਨੂੰ ਮਿਲਣ ਆਏ ਜੀ। ਭਗਵਾਨ ਬੁੱਧ ਨੂੰ ਆਏ ਕਹਿੰਦੇ, ਭਗਵਾਨ ਬੁੱਧ ਸੱਤ ਦਿਨ ਨਹੀਂ ਸੀ ਬੋਲੇ। ਉਹ ਕਿਹਾ ਕਿ ਉਹਨਾਂ ਨੇ ਕਿ ਪ੍ਰਭੂ ਕੁਛ ਬੋਲੋ। ਭਗਵਾਨ ਬੁੱਧ ਬੋਲੇ ਕਿ ਨਹੀਂ, ਜੋ ਮੈਨੂੰ ਮਿਲਿਆ ਹੈ ਇਹਨੂੰ ਮੈਂ ਬੋਲ ਕੇ ਦੱਸ ਨਹੀਂ ਸਕਦਾ ਕਿ ਇਹੋ ਜਿਹਾ ਅਨੁਭਵ ਹੈ, ਇਹੋ ਜਿਹੀ ਅਹਿਸਾਸ ਹੈ, ਇਹ ਬੋਲ ਕੇ ਦੱਸਿਆ ਨਹੀਂ ਜਾ ਸਕਦਾ। ਉਹ ਕਹਿੰਦੇ ਨਹੀਂ ਜੀ, ਤੁਸੀਂ ਫੇਰ ਹੀ ਬੋਲੋ, ਕਿਸੇ ਕੰਮ ਆ ਜਾਏਗਾ। ਉਹ ਕਹਿੰਦੇ ਜਿਹਦੇ ਕੰਮ ਆਉਣਾ ਆ ਉਹਨੇ ਮੈਨੂੰ ਵੈਸੇ ਲੱਭ ਲੈਣਾ ਆ, ਲੇਕਿਨ ਮੇਰੇ ਬੋਲਣ ਦੇ ਨਾਲ ਇਹ ਸ਼ਬਦ, ਇਹ ਬਾਣੀ ਸ਼ੈਤਾਨ ਦੇ ਹੱਥ ਜ਼ਰੂਰ ਪੈ ਜਾਣੀ ਆ ਤੇ ਇਹਨੂੰ ਆਪਣੇ ਤਰੀਕੇ ਨਾਲ ਢਾਲ ਕੇ ਇਹਨਾਂ ਸ਼ਬਦਾਂ ਦਾ ਬੇੜਾ ਗਰਕ ਕਰ ਦੇਣਾ ਆ। ਪਰ ਫਿਰ ਵੀ ਬ੍ਰਹਮਾ ਕਹਿੰਦੇ ਵੀ ਅਸੀਂ ਤੁਹਾਡੇ ਦਰਸ਼ਨਾਂ ਨੂੰ ਆਏ ਹੈਗੇ ਆ। ਤੇ ਭਗਵਾਨ ਬੁੱਧ ਕਹਿੰਦੇ ਕਿ ਤੁਸੀਂ ਤਾਂ ਖੁਦ ਬ੍ਰਹਮ ਹੋ, ਤੇ ਤੁਸੀਂ ਮੇਰੇ ਦਰਸ਼ਨਾਂ ਨੂੰ ਕੱਲ੍ਹ ਹੀ ਆਏ।
ਤੇ ਬ੍ਰਹਮਾ ਕਹਿੰਦੇ ਮੈਂ ਵਾਸਨਾ ਯੁਕਤ ਹਾਂ, ਮੈਂ ਹਮੇਸ਼ਾ ਵਾਸਨਾ ਯੁਕਤ ਰਹਾਂਗਾ ਕਿਉਂਕਿ ਮੇਰਾ ਇਹ ਕਾਰਜ ਖੇਤਰ ਹੈ। ਮੈਂ ਕਦੇ ਇਸ ਵਾਸਨਾ ਤੋਂ ਮੁਕਤੀ ਨਹੀਂ ਪਾ ਸਕਦਾ ਕਿਉਂਕਿ ਇਹ ਕ੍ਰੀਏਸ਼ਨ, ਇਹ ਸ੍ਰਿਸ਼ਟੀ ਦੀ ਐਵੋਲੂਸ਼ਨ ਇਸ ਵਾਸਨਾ ਦੇ ਉੱਪਰ ਖੜਾ ਆ। ਲੇਕਿਨ ਮਨੁੱਖੀ ਜਨਮ ਵਿੱਚ ਆ ਕੇ ਅਗਰ ਕੋਈ ਵਿਅਕਤੀ, ਜਦੋਂ ਵੀ ਕੋਈ ਵਿਅਕਤੀ ਵਾਸਨਾ ਮੁਕਤ ਹੋ ਜਾਂਦਾ ਆ ਤਾਂ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਆ, ਉਹ ਸੰਪੂਰਨ ਹੋ ਜਾਂਦਾ ਆ, ਉਹ ਹੋਲਿਸਟਿਕ ਹੋ ਜਾਂਦਾ ਆ। ਤੁਸੀਂ ਵਾਸਨਾ ਮੁਕਤ ਹੋਏ, ਤੁਸੀਂ ਸਾਡੇ ਦੇਵੀ ਦੇਵਤਿਆਂ ਨਾਲੋਂ ਕਿਤੇ ਮਹਾਨ ਹੋ। ਹਜ਼ਾਰਾਂ ਸਾਲਾਂ ਬਾਅਦ ਕੋਈ ਵਿਅਕਤੀ ਵਾਸਨਾ ਮੁਕਤ ਹੁੰਦਾ ਤੇ ਉਹਦੇ ਦਰਸ਼ਨ ਕਰਨ ਤਾਂ ਅਸੀਂ ਤੇ ਆਉਣਾ ਹੀ ਆਉਣਾ ਆ। ਇਸ ਲਈ ਇਹ ਜਿਹੜਾ ਵਾਸਨਾ ਮੁਕਤ ਹੈ, ਬੁੱਧ ਵਰਗਾ ਵਿਅਕਤੀ, ਮੁਕਤੀ ਤੁਸੀਂ ਗੱਲ ਕੀਤੀ ਸੀ ਨਾ, ਤੇ ਦੂਸਰੇ ਪਾਸੇ ਵਾਸਨਾ ਯੁਕਤ ਹੈ ਬ੍ਰਹਮ। ਬ੍ਰਹਮ ਦੀ ਲੀਲਾ ਹੈ ਇਹ ਵਾਸਨਾ, ਜਿਹਦੇ ਵਿੱਚੋਂ ਸਾਰਾ ਐਵੋਲੂਸ਼ਨ ਨਿਕਲਦਾ, ਇਹ ਸੰਸਾਰ ਨਿਕਲਦਾ। ਤੇ ਉਹਦੇ ਵਿੱਚ ਅਸੀਂ ਅੰਡਰਸਟੈਂਡਿੰਗ, ਸਮਝ ਵਧਾਉਣੀ ਹੋ ਪਵੇਗੀ ਇਸ ਨੂੰ ਜਾਣਨ ਵਾਸਤੇ, ਖੋਜ ਕਰਨ ਵਾਸਤੇ ਕਿ ਉਹ ਕੰਸ਼ੀਅਸਨੈਸ ਜਿਹਦੀ ਅਸੀਂ ਖੋਜ ਕਰ ਰਹੇ ਹਾਂ ਉਹ ਸਾਡੇ ਪਾਸ ਹੈ ਤੇ ਸਾਡੇ ਅੰਦਰ ਹੈ। ਉਹ ਤਾਂ ਹੀ ਪਤਾ ਚੱਲੇਗੀ ਜੇ ਅਸੀਂ ਕੰਸ਼ੀਅਸ ਹੋ ਜਾਈਏ ਤੇ ਇੰਡੀਵਿਜੂਅਲ ਹੋ ਜਾਈਏ। ਸੋ ਇਸ ਤਰੀਕੇ ਦੇ ਨਾਲ ਆਪਾਂ ਇਹ ਪ੍ਰੋਸੈਸ ਆਪਣਾ ਅਧਿਆਤਮ ਨਿਕੇਤਨ ਦੇ ਪਲੇਟਫਾਰਮ ਤੋਂ ਜਾਵਾਂਗੇ। ਇੱਕ ਲਾਸਟ ਸਵਾਲ, 3-4 ਮਿੰਟ ਰਹਿੰਦੇ ਹੈਗੇ ਆ। ਹਾਂਜੀ। ਹਰ ਕੋਈ, ਜਿਵੇਂ ਮੈਂ ਸਵਾਲ ਪੁੱਛਿਆ ਸੀ, ਹਰ ਕੋਈ ਵਾਸ਼ਨਾ ਨਾਲ ਵਨ ਵੇ ਔਰ ਦੀ ਅਦਰ ਅਟੈਚਡ ਆ। ਹਾਂਜੀ। ਕੋਈ ਆਪਣੀ ਈਗੋ ਨਾਲ, ਵਾਸ਼ਨਾ ਨਾਲ ਕਹਿ ਲਓ, ਜਿਹਨੂੰ ਮਰਜ਼ੀ ਕਹਿ ਲਓ, ਬੜੇ ਪਾਸੇ ਉਹਦੇ ਕਿੰਤੂ ਪ੍ਰੰਤੂ ਜੁੜੇ ਹੋ ਹੈਗੇ ਆ। ਪਰ ਸਮ ਔਰ ਦੀ ਅਦਰ ਉਹ ਨਿਕਲਣਾ ਵੀ ਚਾਹੁੰਦਾ ਉਹਦੇ ਵਿੱਚੋਂ, ਤੇ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹੈਗਾ। ਕੁਛ ਸਧਾਰਨ ਲਫ਼ਜ਼ਾਂ ਵਿੱਚ ਜਿਹੜੇ ਲੋਕ ਇਸ ਪ੍ਰੋਸੈਸ ਵਿੱਚ ਜਾਣਾ ਚਾਹੁੰਦੇ, ਕੁਛ ਉਹਨਾਂ ਨੂੰ ਕੋਈ ਫਾਰਮੂਲਾ ਜਾਂ ਗਾਈਡੈਂਸ ਦੇਣਾ ਚਾਹੁੰਦੇ ਹੋ ਤੁਸੀਂ? ਪਰ ਸਰ ਪਿਛਲੀ ਵਾਰ ਆਪਾਂ ਇਹਨੂੰ ਡਿਸਕਸ ਕੀਤਾ ਸੀਗਾ ਕਿ ਇਹ ਜਿਹੜਾ ਮਾਈਂਡ ਬੋਡੀ ਕੰਪਲੈਕਸ ਹੈ, ਹਾਂਜੀ, ਮਨੁੱਖ ਦੇ ਪੈਦਾ ਹੋਣ ਤੋਂ ਪਹਿਲਾਂ ਦਾ ਜਿਹੜਾ ਐਵੋਲੂਸ਼ਨ ਦਾ ਦੌਰ ਸੀ ਉਹ 20 ਐਲੀਮੈਂਟਸ ਐਕਟਿਵ ਸੀਗੇ। ਹਾਂਜੀ। ਮਨੁੱਖ ਦੇ ਪੈਦਾ ਹੋਣ ਦੇ ਨਾਲ 3 ਐਲੀਮੈਂਟ ਹੋਰ ਆ ਗਏ, ਮਨ, ਬੁੱਧੀ, ਹੰਕਾਰ। ਇਹ 23 ਐਲੀਮੈਂਟ ਮਨੁੱਖ ਦੇ ਪਾਸ ਹੈਗੇ ਨੇ। ਹਾਂਜੀ। ਇਹ ਮਨ, ਬੁੱਧੀ, ਹੰਕਾਰ ਇੱਕ ਨਵਾਂ ਸੈਂਟਰ ਕ੍ਰੀਏਟ ਕਰ ਦਿੰਦਾ, ਤੇ ਜਿਹੜਾ ਰੀਅਲ ਸੈਂਟਰ ਹੁੰਦਾ, ਓਰੀਜਨਲ ਸੈਂਟਰ ਹੁੰਦਾ ਉਸ ਚੇਤਨਾ ਦਾ, ਸਵੈ ਦਾ, ਉਹ ਭੁੱਲ ਜਾਂਦਾ। ਪਿਛਲੀ ਵਾਰ ਵੀ ਆਪਾਂ ਇੱਕ ਸਾਕਸ਼ੀ ਭਾਵ ਦੀ ਗੱਲ ਕੀਤੀ ਸੀ, ਦ੍ਰਿਸ਼ਟਾ ਦੀ ਗੱਲ ਕੀਤੀ ਸੀ। ਜੀ ਜੀ। ਉਹ ਸਾਕਸ਼ੀ ਆਤਮਾ ਇੱਕ ਆਤਮਾ ਹੈ, ਇੱਕ ਸਾਕਸ਼ੀ ਆਤਮਾ ਹੈ। ਮਨੁੱਖ ਦੀ ਖਾਸੀਅਤ ਇਹ ਹੈ ਕਿ ਮਨੁੱਖ ਦੇ ਪਾਸ ਇੱਕ ਸਾਕਸ਼ੀ ਆਤਮਾ ਹੈ। ਆਤਮਾ ਤਾਂ ਸਭ ਵਿੱਚ ਆ, ਆਤਮਾ ਦਾ ਪੱਥਰ ਵਿੱਚ ਵੀ ਹੈ। ਆਤਮਾ ਤੋਂ ਬਗੈਰ ਤਾਂ ਕੋਈ ਕੰਸ਼ੀਅਸ ਤੋਂ ਬਗੈਰ ਤਾਂ ਕੋਈ ਚੀਜ਼ ਇਸ ਧਰਤੀ ਤੇ ਹੈ ਹੀ ਨਹੀਂ। ਬਿਲਕੁਲ ਠੀਕ ਹੈ। ਲੇਕਿਨ ਮਨੁੱਖ ਦੀ ਖਾਸੀਅਤ ਹੈ ਕਿ ਮਨੁੱਖ ਦੇ ਇੱਕ ਆਤਮਾ ਤੇ ਮਾਈਂਡ ਬੋਡੀ ਕੰਪਲੈਕਸ ਦੇ ਵਿਚਕਾਰ ਇੱਕ ਤੀਸਰਾ ਫਨੋਮਨਾ ਹੈ, ਜਾਂ ਉਹਨੂੰ ਕਹਿ ਲਈਏ ਕਿ ਆਤਮਾ ਦੇ ਹੀ ਇੱਕ ਸਟੇਜ ਹੈ ਜਾਂ ਉਹਦੀ ਅਵਸਥਾ ਹੈ ਸਾਕਸ਼ੀ ਆਤਮਾ। ਉਹ ਸਾਕਸ਼ੀ ਆਤਮਾ ਦੀ ਭਾਲ ਹੀ ਖੋਜ ਹੈ ਸਾਡੀ ਜੀਵਨ ਦੀ। ਉਹ ਸਾਕਸ਼ੀ ਨੂੰ ਹੀ ਪੈਦਾ ਕਰਨਾ। ਉਹ ਕੌਣ ਹੈ ਸਾਕਸ਼ੀ? ਉਹ ਸ਼ਕਤੀ ਜਿਹੜੀ ਕਿ ਇਸ ਮਨ ਨੂੰ ਵੀ, ਇਸ ਬੁੱਧੀ ਨੂੰ ਵੀ, ਇਸ ਹੰਕਾਰ ਨੂੰ ਵੀ, ਇਸ ਸਰੀਰ ਨੂੰ ਵੀ ਦੇਖਣ ਦੇ ਕਾਬਲ ਹੋ ਗਈ, ਉਹ ਸਾਕਸ਼ੀ ਆਤਮਾ। ਸੋ ਉਹ ਮੁਸ਼ਕਿਲ ਕੋਈ ਹੈ ਨਹੀਂ। ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਕਿ ਹਰ ਸਟੇਜ ਦੇ ਉੱਪਰ, ਹੁਣ ਆਪਾਂ ਬੋਲ ਰਹੇ ਹਾਂ, ਤੁਸੀਂ ਸੁਣ ਰਹੇ ਆ ਜੀ, ਇੱਕ ਤੁਸੀਂ ਹੋ, ਇੱਕ ਤੁਹਾਡਾ ਸਰੀਰ ਹੈ, ਇਹ ਸਰੀਰ ਨਾਲ ਮਨ, ਬੁੱਧੀ ਹੈ, ਬੋਡੀ ਹੈ, ਇੱਕ ਪਿੱਛੇ ਬੈਠੀ ਹੋ ਸਾਕਸ਼ੀ। ਇਸ ਤਰੀਕੇ ਨਾਲ ਹੀ ਡਾਕਟਰ ਦੁਸਾਂਝ ਬੋਲ ਰਿਹਾ, ਮਨ ਹੈ, ਬੁੱਧੀ ਹੈ, ਸਰੀਰ ਹੈ, ਇੱਕ ਪਿੱਛੇ ਬੈਠਾ ਸਾਕਸ਼ੀ। ਉਹ ਤਾਂ ਹਮੇਸ਼ਾ ਹੈ, ਉਸ ਜਨਮ ਤੋਂ ਪਹਿਲਾਂ ਵੀ ਸੀ, ਇਸ ਜਨਮ ਤੋਂ ਬਾਅਦ ਵੀ ਰਹਿਣਾ, ਉਹ ਹੁਣ ਵੀ ਹੈ। ਉਸ ਨੂੰ ਭੁੱਲ ਜਾਣਾ ਹੀ ਅਧਰਮ ਹੈ, ਉਸ ਨੂੰ ਭੁੱਲ ਜਾਣਾ ਹੀ ਅਨਕੰਸ਼ੀਅਸਨੈਸ ਹੈ। ਇਸ ਲਈ ਅਸੀਂ ਛੋਟੀ ਤੋਂ ਛੋਟੀ ਚੀਜ਼ ਵਿੱਚ ਵੀ, ਛੋਟੀ ਤੋਂ ਛੋਟੇ ਕਰਮ ਵਿੱਚ ਵੀ
ਈਵਨ ਕਿ ਵਿਚਾਰ ਕਰਦੇ ਹਾਂ, ਬੈਠੇ ਹਾਂ ਨਾ ਅਸੀਂ ਕੋਈ ਵਿਚਾਰ ਕਰ ਰਹੇ ਹਾਂ, ਉਸ ਵਿਚਾਰ ਵਿੱਚ ਵੀ ਦੇਖ ਲਈਏ ਕਿ ਮੇਰਾ ਮਨ ਤੇ ਮੇਰੀ ਬੁੱਧੀ ਆਹ ਚੀਜ਼ ਵਿਚਾਰ ਰਹੀ ਆ ਤੇ ਮੈਂ ਦੇਖ ਰਿਹਾ, ਉਸ ਵਿਚਾਰ ਦੀ ਕੁਆਲਿਟੀ ਹੋਰ ਹੋ ਜਾਏਗੀ। ਤੁਸੀਂ ਜੋ ਵੀ ਕਰਮ ਕਰ ਰਹੇ ਹੋ, ਮਾੜਾ ਜਿਹਾ ਉਹਨੂੰ ਧਿਆਨ ਨਾਲ ਦੇਖ ਲਓ ਕਿ ਵੀ ਇਹ ਸਰੀਰ ਕਰ ਰਿਹਾ, ਇਹ ਮਨ ਦੀ ਵਾਸਨਾ ਉੱਠੀ ਆ, ਲੇਕਿਨ ਉਹ ਸਾਖਸ਼ੀ ਆਤਮਾ ਇਹਨੂੰ ਦੇਖ ਰਹੀ ਆ। ਬਿਲਕੁਲ ਠੀਕ ਹੈ। ਸੋ ਸਾਖਸ਼ੀ ਆਤਮਾ ਨੂੰ ਪੈਦਾ ਕਰਨਾ ਹੀ ਇਹ ਜੀਵਨ ਦੀ ਪਹਿਲੀ ਖੋਜ ਹੈ। ਉਸ ਨੂੰ ਸਾਡੇ ਬੁੱਧ ਪੁਰਸ਼ਾਂ ਨੇ, ਸਾਡੇ ਗੁਰੂਆਂ ਨੇ, ਇਸ ਭਾਰਤੀ ਦਰਸ਼ਨ ਨੇ ਬਹੁਤ ਹੀ ਇੰਪੋਰਟੈਂਟ ਥਾਂ ਦਿੱਤਾ। ਰਾਦਰ ਇਤਨਾ ਇੰਪੋਰਟੈਂਟ ਥਾਂ ਕਿਸੇ ਹੋਰ ਚੀਜ਼ ਨੂੰ ਦਿੱਤਾ ਹੀ ਨਹੀਂ। ਉਹ ਤਾਂ ਕਹਿੰਦੇ ਨੇ ਕਿ ਤੁਸੀਂ ਆਪਣੀ ਸਾਖਸ਼ੀ ਆਤਮਾ ਪੈਦਾ ਕਰ ਲਈ, ਸਾਖਸ਼ੀ ਭਾਵ ਪੈਦਾ ਕਰ ਲਿਆ ਤੇ ਨਵਾਂ ਜਨਮ ਹੋ ਗਿਆ। ਐਨੀਵੇ ਇਹ ਸਿਲਸਿਲਾ ਆਪਣਾ ਚੱਲਦਾ ਰਹੇਗਾ ਅੱਗੇ। ਤੇ ਲੇਕਿਨ ਇਹ ਜੋ ਸਾਖਸ਼ੀ ਨੂੰ ਭੁੱਲਣ ਦੇ ਵਿੱਚ ਜੀ ਜੋ ਬੇਹੋਸ਼ੀ ਹੈ, ਅਸੀਂ ਤਾਂ ਅਜੇ ਉੱਤੇ ਖੜੇ ਹਾਂ। ਉਸ ਬੇਹੋਸ਼ੀ ਤੋਂ ਕਿੱਦਾਂ ਛੁਟਕਾਰਾ ਪਾਉਣਾ? ਹਾਂਜੀ ਹਾਂਜੀ। ਤੁਸੀਂ ਹੁਣ ਦੇਖੋ ਨਾ ਕਿ ਵੀ ਇੱਕ ਝੂਠ ਨੂੰ ਫੈਲਾ ਦਿੱਤਾ ਕਿ ਵੀ ਭੁਚਾਲ ਆ ਜਾਣਾ। ਭੁਚਾਲ ਆਇਆ ਨਹੀਂ, ਆਉਣਾ ਕਿ ਨਹੀਂ ਆਉਣਾ ਇਹ ਪਤਾ ਨਹੀਂ, ਲੇਕਿਨ ਭੁਚਾਲ ਆ ਗਿਆ, ਭੁਚਾਲ ਆ ਗਿਆ, ਭੁਚਾਲ ਆ ਗਿਆ। ਡਰਾਤਾ ਨਾ। ਇਹ ਅਤਰਨ ਦਾ, ਅਨਕੰਸ਼ੀਅਸਨੈਸ ਦਾ, ਝੂਠ ਦਾ ਐਂਡ ਇਸੇ ਕਹਿੰਦੇ ਗਲਤ ਚੀਜ਼ ਦਾ ਪਹਿਲਾ ਲੱਛਣ ਹੈ। ਆਪਾਂ ਇਸ ਤਰੀਕੇ ਨਾਲ ਹੀ ਧਰਮ ਨੂੰ ਆਧਾਰ ਬਣਾ ਕੇ ਹੀ ਇਸ ਸਮਾਜ ਦੀ ਵਿੱਚੋਂ ਮੁਕਤੀ ਦਾ ਰਸਤਾ ਲੱਭਾਂਗੇ। ਚਲੋ ਡਾਕਟਰ ਸਾਹਿਬ, ਬਹੁਤ ਤੁਸੀਂ ਸੋਹਣੀਆਂ ਗੱਲਾਂ ਕਹੀਆਂ ਹੈਗੀਆਂ। ਆਪਾਂ ਇਹਨੇ ਸੀਰੀਜ਼ ਨੂੰ ਅਗਲੇ ਐਪੀਸੋਡ ਦੇ ਵਿੱਚ ਕੰਟੀਨਿਊ ਕਰਾਂਗੇ। ਤੁਸੀਂ ਸਾਡੇ ਚੈਨਲ ਰਾਹੀਂ ਸਾਡੇ ਪ੍ਰੋਗਰਾਮ ਲਈ जुड़े, बहुत बहुत मेहरबानी, धन्यवाद। थैंक यू वेरी मच सर। एक बार फिर आप सबके भीतर स्वयं प्रकाशमान ज्योत को मेरा प्रणाम। थैंक यू सर, थैंक यू।